ਸਟਾਰਟ। ਪੰਜਾਬ ਸਰਕਾਰ ਨੇ ਆਪਣੇ 2021-22 ਦੇ ਸਾਲਾਨਾ ਬਜਟ ਵਿੱਚ ਕਿਸਾਨਾਂ ਦੀ ਆਮਦਨੀ ਵਿੱਚ ਸੁਧਾਰ ਕਰਨ, ਟਿਕਾਊ ਖੇਤੀ ਅਤੇ ਕਿਸਾਨ ਦੀ ਖੁਸ਼ਹਾਲੀ ਨੂੰ ਤਰੱਕੀ ਦੇ ਰਾਹ 'ਤੇ ਪਾਉਣ ਲਈ 3 ਸਾਲ ਲੰਮੀ ਇੱਕ ਪਰਿਯੋਜਨਾ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਆਰੰਭ ਕੀਤੀ ਹੈ। ਡੰਡੀ ਕਾਮਯਾਬ ਕਿਸਾਨ ਖੁਸ਼ਹਾਲ ਕਿਸਾਨ ਲਈ ਅਗਲੇ 3 ਸਾਲ ਲਈ 37-80 ਕਰੋੜ ਰੁਪਏ ਰੱਖੇ ਗਏ ਹਨ, ਜਦੋਂ ਕਿ ਚਾਲੂ ਵਿੱਤੀ ਵਰ੍ਹੇ ਵਿੱਚ ਇਸ ਯੋਜਨਾ ਨੂੰ ਆਰੰਭ ਕਰਨ ਲਈ 1104 ਕਰੋੜ ਰੁਪਏ ਮੁਹੱਈਆ ਕਰਵਾਏ ਜਾਣਗੇ। ਡੰਡੀ ਕੇ.ਪੀ. ਦਾ ਮੁੱਖ ਉਦੇਸ਼ ਖੇਤੀਬਾੜੀ ਸੈਕਟਰ ਨੂੰ ਕਈ ਪਹਿਲੂਆਂ ਤੋਂ ਮਜ਼ਬੂਤ ਕਰਨਾ ਹੈ, ਜਿਵੇਂ ਕਿ ਕਿਸਾਨਾਂ ਅਤੇ ਸਾਰੇ ਭਾਰਤ ਨੂੰ ਰੋਜ਼ੀ ਰੋਟੀ ਦੇਣਾ, ਭੋਜਨ ਅਤੇ ਪੌਸ਼ਟਿਕ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਸੂਬੇ ਦੀ ਖੇਤੀ ਨੂੰ ਜਿਉਂਦਾ ਰੱਖਣਾ ਆਦਿ। ਡੰਡੀ ਕੇ.ਪੀ. ਅਧੀਨ 10 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਗੋਬਿੰਦਗੜ੍ਹ ਵਿੱਚ ਸਬਜ਼ੀਆਂ ਲਈ ਇੱਕ ਉੱਤਮਤਾ ਕੇਂਦਰ ਸਥਾਪਿਤ ਕੀਤਾ ਜਾਏਗਾ। ਡੰਡੀ ਕਿਸਾਨਾਂ ਨੂੰ ਇੱਕੋ ਛੱਤ ਥੱਲੇ ਤਕਨੀਕੀ ਜਾਣਕਾਰੀਆਂ ਮੁਹੱਈਆ ਕਰਨ ਅਤੇ ਸਮਝਾਉਣ ਲਈ ਪੰਜਾਬ ਵਿੱਚ ਅਗਲੇ 5 ਸਾਲਾਂ ਦੌਰਾਨ 25 ਬਾਗਬਾਨੀ ਐਸਟੇਟਸ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਹਰ ਜ਼ਿਲ੍ਹੇ ਵਿੱਚ ਘੱਟੋ ਘੱਟ ਇੱਕ ਐਸਟੇਟ ਜ਼ਰੂਰ ਹੋਵੇਗੀ। ਡੰਡੀ 2021-22 ਦੌਰਾਨ 80 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਬਾਗਬਾਨੀ ਫਾਰਮ ਸਥਾਪਿਤ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਡੰਡੀ ਅੰਮ੍ਰਿਤਸਰ ਵਿੱਚ ਪੋਸਟ ਗ੍ਰੈਜੂਏਟ ਬਾਗਬਾਨੀ ਖੋਜ ਅਤੇ ਸਿੱਖਿਆ ਸੰਸਥਾਨ ਦੀ ਸਥਾਪਨਾ ਕੀਤੀ ਜਾਵੇਗੀ ਅਤੇ 2021-22 ਦੌਰਾਨ ਇਸ ਨੂੰ ਕਿਰਿਆਸ਼ੀਲ ਕੀਤਾ ਜਾਵੇਗਾ। ਡੰਡੀ ਇਸ ਦੇ ਲਈ 24 ਕਰੋੜ ਰੁਪਏ ਰੱਖੇ ਗਏ ਹਨ। ਡੰਡੀ ਕਿਸਾਨਾਂ ਨੂੰ ਉਹਨਾਂ ਦੇ ਬਾਗਬਾਨੀ ਉਤਪਾਦਾਂ ਦੀ ਮਾਰਕੀਟਿੰਗ ਲਈ ਮੋਬਾਈਲ ਵੈਂਡਿੰਗ ਗੱਡੀਆਂ ਦਿੱਤੀਆਂ ਜਾਣਗੀਆਂ। ਡੰਡੀ ਹਾਲਾਂਕਿ ਭਾਰਤ ਉਦਯੋਗਾਂ ਲਈ ਵਪਾਰ ਕਰਨ ਲਈ ਆਸਾਨੀ ਵਾਲੀ ਭਾਵਨਾ ਪੈਦਾ ਕਰਨ ਵਿੱਚ ਸਫਲ ਰਿਹਾ ਹੈ, ਫਿਰ ਵੀ ਸਾਨੂੰ ਕਿਸਾਨ ਵੱਲੋਂ ਜਾਣਕਾਰੀ ਹਾਸਲ ਕਰਨ ਵਿੱਚ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਅਤੇ ਹਰ ਰੋਜ਼ ਦੇ ਸਵਾਲਾਂ ਦੇ ਜਵਾਬ ਲੱਭਣ 'ਚ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਡੰਡੀ ਸਰਕਾਰ ਕੋਲ 31 ਅਜਿਹੇ ਵਿਭਾਗਾਂ ਦੀ ਬਹੁਤਾਤ ਹੈ ਜੋ ਖੇਤੀ ਅਤੇ ਇਸ ਦੇ ਨਾਲ ਜੁੜੀਆਂ ਸਰਗਰਮੀਆਂ ਵਿੱਚ ਰੁੱਝੇ ਹੁੰਦੇ ਹਨ, ਪਰ ਕਿਸਾਨ ਕੋਲ ਇਹਨਾਂ ਸਭਨਾਂ ਦੀ ਜਾਣਕਾਰੀ ਨਹੀਂ ਹੁੰਦੀ। ਡੰਡੀ ਜੇਕਰ ਨਾਜ਼ੁਕ ਉੱਦਮ ਬੁਨਿਆਦੀ ਢਾਂਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰੋਗਰਾਮ ਦੀ ਸਹੀ ਬਣਤਰ ਉਲੀਕੀ ਜਾਵੇ ਤਾਂ ਇਸ ਪ੍ਰੋਗਰਾਮ ਤੋਂ ਅਪਾਰ ਸੰਭਾਵਨਾਵਾਂ ਹੋ ਸਕਦੀਆਂ ਹਨ। ਡੰਡੀ ਸਾਡੇ ਕਿਸਾਨ ਖੋਜ ਕਰਨ ਵਿੱਚ ਉਸਤਾਦ ਹਨ। ਉਹ ਆਪਣੀ ਖੇਤੀ ਅਤੇ ਇਸ ਦੇ ਨਾਲ ਦੇ ਕੰਮਾਂ ਲਈ ਸੰਦ ਅਤੇ ਉਪਕਰਨ ਆਸਾਨੀ ਨਾਲ ਬਣਾ ਲੈਣਗੇ। ਡੰਡੀ ਇਸ ਨਵੀਂ ਕਾਢ ਦਾ ਖੇਤਰੀ ਪੱਧਰ 'ਤੇ ਲਾਹਾ ਲੈਣ ਦੇ ਨਾਲ ਨਾਲ ਇਸ ਨੂੰ ਇਸਤੇਮਾਲ ਕਰਨ, ਫੰਡ ਉਪਲਬਧ ਕਰਵਾਉਣ ਅਤੇ ਇਸ ਨੂੰ ਖੇਤੀ ਆਧਾਰਿਤ ਨਵੇਂ ਕਾਰੋਬਾਰਾਂ ਦੇ ਰੂਪ ਵਿੱਚ ਪ੍ਰਫੁੱਲਤ ਕਰਨ ਦੀ ਲੋੜ ਹੈ। ਡੰਡੀ ਇਸ ਪੇਂਡੂ ਉੱਦਮਤਾ ਨੂੰ ਪੂੰਜੀ ਯੋਗਤਾ ਅਤੇ ਮਾਰਕੀਟ ਲਈ
ਪਹੁੰਚ ਵਰਗੇ 3 ਮਹੱਤਵਪੂਰਨ ਅੰਗਾਂ 'ਤੇ ਆਧਾਰਿਤ CEI ਦੀ ਲੋੜ ਹੈ। ਡੰਡੀ ਸਟਾਰਟ। ਇਹਨਾਂ ਤਿੰਨਾਂ ਹਿੱਸਿਆਂ ਨੂੰ KP ਦੇ ਤਹਿਤ ਡਿਜੀਟਲ ਰੂਪ ਵਿੱਚ ਜੋੜਿਆ ਜਾ ਸਕਦਾ ਹੈ। ਡੰਡੀ ਪੰਜਾਬ ਨੂੰ ਆਪਣੇ ਪੇਂਡੂ ਉੱਦਮੀਆਂ ਅਤੇ ਰਾਜ ਦੇ ਸ਼ਹਿਰਾਂ ਦਰਮਿਆਨ ਕੁਦਰਤੀ ਸੰਪਰਕ ਲੱਭਣ ਦੀ ਲੋੜ ਹੈ। ਡੰਡੀ ਇਸ ਦਾ ਉਦੇਸ਼ ਮਜ਼ਮੂਨਾਂ ਨੂੰ ਆਪਸ ਵਿੱਚ ਜੋੜਨਾ ਹੈ ਤਾਂ ਜੋ ਵੱਡੇ ਉੱਦਮੀਆਂ ਦੀ ਯੋਗਤਾ ਦਾ ਲਾਭ ਛੋਟੇ ਉੱਦਮੀਆਂ ਨੂੰ ਮਿਲ ਸਕੇ। ਡੰਡੀ ਇਸ ਨੂੰ ਬਣਾਉਣ ਅਤੇ ਆਰੇ ਲਾਉਣ ਲਈ ਇੱਕ ਬਿਜ਼ਨਸ ਮਾਡਲ ਬਣਾਇਆ ਜਾਣਾ ਚਾਹੀਦਾ ਹੈ। ਡੰਡੀ ਕਾਮਯਾਬ ਕਿਸਾਨ ਖੁਸ਼ਹਾਲ ਪ੍ਰੋਗਰਾਮ ਨੂੰ ਜ਼ਿਲ੍ਹਾ ਪੱਧਰ 'ਤੇ ਲਾਗੂ ਕਰਨ ਲਈ ਹਰ ਜ਼ਿਲ੍ਹੇ ਦੇ ਹੈੱਡਕੁਆਰਟਰ ਵਿੱਚ ਇੱਕ ਐਗਰੀਕਲਚਰ ਡਿਵੈਲਪਮੈਂਟ ਬਿਊਰੋ ਬਣਾਉਣ ਦੀ ਤਜਵੀਜ਼ ਹੈ, ਜਿਸ ਮੁਤਾਬਕ ਇੱਕੋ ਛੱਤ ਥੱਲੇ ਕਿਸਾਨਾਂ ਨੂੰ ਹਰ ਪ੍ਰਕਾਰ ਦੀ ਸੂਚਨਾ ਮੁਹੱਈਆ ਕਰਵਾਈ ਜਾਵੇਗੀ। ਡੰਡੀ ਸ਼ੁਰੂਆਤ ਵਿੱਚ 3 ਜ਼ਿਲ੍ਹਿਆਂ ਵਿੱਚ ਅਜਿਹੇ 3 ਪਾਇਲਟ ਪ੍ਰੋਜੈਕਟ ਸਥਾਪਿਤ ਕਰਨ ਦਾ ਪ੍ਰਸਤਾਵ ਹੈ, ਜਿਨ੍ਹਾਂ ਨੂੰ ਮਗਰੋਂ ਸਾਰੇ ਸੂਬੇ ਵਿੱਚ ਚਲਾਇਆ ਜਾਵੇਗਾ। ਡੰਡੀ ਜਦੋਂ ਕਿ ਸੂਬੇ ਵਿੱਚ 5.83 ਲੱਖ ਛੋਟੇ ਅਤੇ ਹਾਸ਼ੀਏ ਦੇ ਮਾਰਜਨਲ ਕਿਸਾਨਾਂ ਦਾ 46-24 ਕਰੋੜ ਰੁਪਏ ਦਾ ਕਰਜ਼ਾ ਪਹਿਲਾਂ ਹੀ ਮਾਫ਼ ਕੀਤਾ ਜਾ ਚੁੱਕਾ ਹੈ, ਪਰ ਫਿਰ ਵੀ 1.13 ਲੱਖ ਕਿਸਾਨਾਂ ਅਤੇ ਬੇਜ਼ਮੀਨੇ ਕਾਮਿਆਂ ਦਾ 2021-22 ਦੌਰਾਨ ਕਰਜ਼ਾ ਮਾਫ਼ ਕਰਨ ਲਈ 17-12 ਕਰੋੜ ਰੁਪਇਆ ਬਜਟ ਵਿੱਚ ਨਿਰਧਾਰਿਤ ਕੀਤਾ ਗਿਆ ਹੈ। ਡੰਡੀ ਇਹ ਭਾਵੇਂ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਦਾ ਕੰਮ ਤਾਂ ਕਰੇਗਾ, ਪਰੰਤੂ ਇਹ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਕੋਈ ਸਹਾਇਤਾ ਨਹੀਂ ਕਰੇਗਾ। ਡੰਡੀ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 7,180 ਕਰੋੜ ਰੁਪਇਆ ਵੀ ਰੱਖਿਆ ਹੈ। ਡੰਡੀ ਵੱਡੇ ਕਿਸਾਨਾਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਸਬਸਿਡੀ ਛੱਡਣ ਵਾਸਤੇ ਪ੍ਰੇਰਿਤ ਕਰਨ ਲਈ ਇੱਕ ਜਨਤਕ ਮੁਹਿੰਮ ਚਲਾਉਣ ਦੀ ਲੋੜ ਹੈ। ਡੰਡੀ ਹਾਲਾਂਕਿ ਮੁੱਠੀ ਭਰ ਵੱਡੇ ਕਿਸਾਨਾਂ ਨੇ ਸਵੈ ਇੱਛਾ ਨਾਲ ਹੀ ਮੁਫਤ ਬਿਜਲੀ ਲੈਣੀ ਛੱਡ ਦਿੱਤੀ ਹੈ, ਪਰ ਇਹਨਾਂ ਦੇ ਨਾਂ ਜਨਤਕ ਤੌਰ 'ਤੇ ਐਲਾਨੇ ਜਾਣੇ ਚਾਹੀਦੇ ਹਨ। ਡੰਡੀ ਤੇ ਹਾਂ, ਉਹਨਾਂ ਵੱਡੇ ਕਿਸਾਨਾਂ ਦੇ ਨਾਂ ਵੀ ਜਨਤਕ ਮੁਹਿੰਮ ਰਾਹੀਂ ਉਜਾਗਰ ਕੀਤੇ ਜਾਣੇ ਚਾਹੀਦੇ ਹਨ, ਜੋ ਕਿ ਰੱਜੇ ਪੁੱਜੇ ਅਤੇ ਪੈਸੇ ਵਾਲੇ ਹਨ, ਪਰ ਫਿਰ ਵੀ ਮੁਫਤ ਬਿਜਲੀ ਦੀ ਸਹੂਲਤ ਲੈਂਦੇ ਹਨ। ਡੰਡੀ ਮੁਫਤ ਦੀ ਬਿਜਲੀ ਡੂੰਘੇ ਬੋਰ ਵਾਲੇ ਪੰਪ ਲਾ ਕੇ ਝੋਨਾ ਬੀਜਣ ਦੇ ਨਾਲ ਨਾਲ ਵਾਤਾਵਰਨ ਨੂੰ ਵੱਡਾ ਨੁਕਸਾਨ ਪਹੁੰਚਾਉਂਦੀ ਹੈ। ਡੰਡੀ ਇਸ ਨਾਲ ਡੂੰਘੇ ਪਾਣੀਆਂ ਦੀਆਂ ਨਿਕਾਸੀਆਂ ਕਾਰਨ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ ਅਤੇ ਨਾਲ ਹੀ ਮਿੱਟੀ ਵਿੱਚ ਲੂਣ ਦੀ ਮਾਤਰਾ ਵਧ ਰਹੀ ਹੈ। ਡੰਡੀ ਪੰਜਾਬ ਵਿੱਚ ਤੇਜ਼ੀ ਨਾਲ ਵੱਧਦੇ ਕੁਝ ਹਨੇਰੇ ਖੇਤਰਾਂ, ਜਿੱਥੇ ਧਰਤੀ ਹੇਠਲੇ ਪਾਣੀ ਦੀ ਪੂਰੀ ਨਿਕਾਸੀ ਹੋ ਚੁੱਕੀ ਹੈ, ਦਾ ਇੱਕ ਸੰਦੇਹਜਨਕ ਰਿਕਾਰਡ ਮੌਜੂਦ ਹੈ। ਡੰਡੀ ਸਟਾਰ। ਪੰਜਾਬ ਨੂੰ ਜ਼ਿਆਦਾ ਪਾਣੀ ਦੀ ਖਪਤ ਵਾਲੀਆਂ ਫਸਲਾਂ ਤੋਂ ਹਟ ਕੇ ਫਸਲੀ ਵਿਭਿੰਨਤਾ ਵੱਲ ਧਿਆਨ ਦੇਣ ਦੀ ਲੋੜ ਹੈ। ਡੰਡੀ ਕਿਸਾਨਾਂ ਨੂੰ ਇਹ ਸਭ ਕਰਨਾ ਪਵੇਗਾ, ਪਰੰਤੂ ਇਸ ਲਈ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਜੋ ਇਹ ਯਕੀਨੀ ਬਣਾਏ ਕਿ ਇਹ ਕਿਸਾਨਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ। ਡੰਡੀ ਇਸੇ ਲਈ ਪੰਜਾਬ ਸਰਕਾਰ ਪਾਣੀ ਬਚਾਓ
पंजाब बचाओ पानी बचाओ पैसे कमाओ योजना चालू करना जा रही है। डंडी इस दा मंतव किसानां नूं दूजियां घट पानी वालियां फसलों वाल प्रेरित करना, पानी दे इस्तेमाल लई कुशलता विच सुधार करना ਅਤੇ ਇਸ ਦੇ ਲਈ ਸਬਸਿਡੀ ਵੰਡਣਾ, ਜਿਵੇਂ ਕਿ ਹਰਿਆਣਾ 7,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੰਡਦਾ ਹੈ। ਡੰਡੀ ਇਸ ਲਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਆਫ ਇਲੈਕਟ੍ਰਿਸਿਟੀ ਪਾਇਲਟ ਪ੍ਰਾਜੈਕਟ ਤਹਿਤ 6 ਫੀਡਰਾਂ ਤੇ ਪਾਣੀ ਬਚਾਓ पैसे बचाओ योजना आरंभ की जा रही है। डंडी सरकार ने 2019-20 विच 972 किसानां नूं इस दे तहत 81.90 लाख रुपए दिते सन। डंडी दूजे पड़ाव विच योजना नूं 11 ਜ਼ਿਲ੍ਹਿਆਂ ਦੇ 250 ਫੀਡਰਾਂ ਤੱਕ ਵਧਾ ਦਿੱਤਾ ਗਿਆ ਹੈ। ਡੰਡੀ 2020-21 ਵਿੱਚ ਇਸ ਦੇ ਲਈ ਕਰੀਬ 4% ਕਿਸਾਨ ਰਜਿਸਟਰਡ ਕੀਤੇ ਗਏ ਹਨ। ਡੰਡੀ ਚਾਲੂ ਵਿੱਤੀ ਵਰ੍ਹੇ ਵਿੱਚ ਇੱਕ ਖੇਤੀ ਵਿਭਿੰਨਤਾ ਯੋਜਨਾ ਵੀ ਆਰੰਭ ਕੀਤੀ ਜਾ ਰਹੀ ਹੈ ਤੇ ਇਸ ਦੇ ਲਈ 200 ਕਰੋੜ ਰੁਪਏ ਰੱਖੇ ਗਏ ਹਨ। ਡੰਡੀ ਇਸ ਵੇਲੇ 6.60 ਲੱਖ ਹੈਕਟੇਅਰ ਭੂਮੀ ਤੇ ਬਾਸਮਤੀ ਪੈਦਾ ਕੀਤੀ ਜਾਂਦੀ ਹੈ। ਡੰਡੀ ਜਾਰੀ ਖਰੀਫ ਮੌਸਮ ਦੌਰਾਨ ਪੰਜਾਬ ਸਰਕਾਰ ਵੱਲੋਂ ਰਹਿੰਦ ਖੂੰਹਦ ਜ਼ਿਆਦਾ ਪਰਾਲੀ ਵਾਲੀ ਬਾਸਮਤੀ ਪੈਦਾ ਕਰਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਵਰਜਣ ਲਈ ਇੱਕ ਮੁਹਿੰਮ ਚਲਾਈ ਜਾਏਗੀ। ਡੰਡੀ ਇਹ ਪੰਜਾਬ ਵਿੱਚ ਪੈਦਾ ਹੋਈ ਬਾਸਮਤੀ ਦੇ ਨਿਰਯਾਤ ਦੀ ਸੰਭਾਵਨਾ ਵਧਾਉਣ 'ਚ ਵੀ ਸਹਾਇਤਾ ਕਰੇਗੀ। ਡੰਡੀ ਕਿਸਾਨਾਂ ਦੀ ਕਣਕ ਅਤੇ ਝੋਨੇ ਦੀ ਫਸਲ ਦੇ ਰਕਬੇ ਨੂੰ ਮੰਡੀ ਮੁਖੀ ਫਸਲ ਅਤੇ ਸਬਜ਼ੀਆਂ ਵੱਲ ਮੋੜਨ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਹਬੋਰ ਵਿਖੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਫਲਾਂ ਅਤੇ ਸਬਜ਼ੀਆਂ ਲਈ ਏਕੀਕ੍ਰਿਤ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਡੰਡੀ KP ਦਾ ਉਦੇਸ਼ ਕਿਸਾਨਾਂ ਦੀ ਹਰ ਪੱਖ ਤੋਂ ਆਮਦਨੀ ਵਿੱਚ ਸੁਧਾਰ ਕਰਨਾ ਤੇ ਪੰਜਾਬ ਦੀ ਖੇਤੀ ਨੂੰ ਜ਼ਿੰਦਾ ਰੱਖਣਾ ਹੈ। ਡੰਡੀ ਇਸ 3 ਸਾਲਾ ਪ੍ਰੋਜੈਕਟ ਦੀ ਗਤੀ ਤਾਂ ਹੀ ਕਾਇਮ ਰਹਿ ਸਕੇਗੀ ਜੇਕਰ ਇਸ ਦੌਰਾਨ ਪਿੰਡਾਂ ਦੇ ਉਦਮੀਆਂ ਨੂੰ ਚੰਗੇ ਮੌਕੇ ਦੇਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ ਤੇ ਪਿੰਡ ਅਤੇ ਬਲਾਕ ਪੱਧਰ ਤੇ ਮਾਈਕਰੋ ਪ੍ਰੋਸੈਸਿੰਗ ਅਤੇ ਪੈਕੇਜਿੰਗ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। ਡੰਡੀ ਇਸ ਲਈ ਪੰਜਾਬ ਸਰਕਾਰ ਵੰਡੀਆਂ ਹੋਈਆਂ ਇਕਾਈਆਂ ਦੀ ਅਗਵਾਈ ਕਰੇ ਤਾਂ ਜੋ ਛੋਟੇ ਅਤੇ ਦਰਮਿਆਨੇ ਪੇਂਡੂ ਉਦਮੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਡੰਡੀ ਸਟਾਰ ਕਾਲਮ ਵੀ ਮਾਹੌਲ ਦੀ ਕਾਇਲ ਹੈ। ਡੰਡੀ ਜੇ ਮਾਹੌਲ ਨਾ ਲੱਭੇ ਤਾਂ ਅੱਖਰ ਵੀ ਗੁਆਚ ਜਾਂਦੇ ਹਨ। ਡੰਡੀ ਖਿਆਲ ਤਾਂ ਖੈਰ ਪਣਪਦੇ ਹੀ ਨਹੀਂ। ਡੰਡੀ ਇਨਸਾਨ ਲੋੜੋਂ ਵੱਧ ਸੂਖਮ ਹੋ ਗਿਆ ਹੈ ਸ਼ਾਇਦ। ਡੰਡੀ ਘਰਾਂ ਵਿੱਚ ਮਾਹੌਲ, ਰਿਸ਼ਤਿਆਂ ਵਿੱਚ ਮਾਹੌਲ ਸਭ ਬਹੁਤ ਜ਼ਰੂਰੀ ਹਨ। ਡੰਡੀ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਹੜੇ ਤੁਹਾਨੂੰ ਬੰਦ ਦਰਵਾਜ਼ੇ ਤੋਂ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੰਦੇ। ਡੰਡੀ ਤੇ ਕਈ ਇੰਨੇ ਕੁ ਫਿਰਾਕ ਤਬੀਅਤ ਕਿ ਤੁਸੀਂ ਉਹਨਾਂ ਵਿੱਚ
ਪਸਰ ਕੇ ਉਮਰ ਕੱਟ ਸਕਦੇ ਹੋ। ਡੰਡੀ ਓਪਰਾ ਅਹਿਸਾਸ ਰਾਹ ਨਹੀਂ ਰੋਕਦਾ। ਡੰਡੀ ਆਪਣਤ ਮੁੜਨ ਦਾ ਰਾਹ ਰੋਕ ਲੈਂਦੀ ਹੈ। ਡੰਡੀ ਵਕਤ ਦੀਆਂ ਪਾਈਆਂ ਦੂਰੀਆਂ ਵੀ ਕੁਝ ਖੋਹ ਨਹੀਂ ਸਕਦੀਆਂ ਰਿਸ਼ਤਿਆਂ ਵਿੱਚੋਂ। ਡੰਡੀ ਇੱਕ ਵਾਰ ਫਿਰ ਜ਼ਿੰਦਗੀ ਤਰਤੀਬ ਮੰਗ ਰਹੀ ਹੈ। ਡੰਡੀ ਅਜੇ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ। ਡੰਡੀ ਕਾਰੋਬਾਰੀ ਫਿਕਰ ਵੀ ਸਿਹਤ 'ਤੇ ਭਾਰੀ ਹੈ। ਡੰਡੀ ਪਰ ਇਹੋ ਤਾਂ ਜ਼ਿੰਦਗੀ ਦੇ ਰੰਗ ਰੂਪ ਹਨ। ਡੰਡੀ ਕਦੇ ਵੀ ਕਿਸੇ ਵੀ ਕਿਸਮ ਦਾ ਨਾ ਸੋਚਿਆ ਜਾਣ ਵਾਲਾ ਮਸਲਾ ਘੇਰਾ ਪਾ ਸਕਦਾ ਹੈ। ਡੰਡੀ ਇਨਸਾਨ ਨੂੰ ਆਪਣੀ ਸਾਰੀ ਤਾਕਤ ਜਗਾ ਕੇ ਨਾ ਸਿਰਫ ਮਸਲਾ ਨਜਿੱਠਣਾ ਪੈਂਦਾ ਹੈ, ਸਗੋਂ ਉਸ ਤੋਂ ਅੱਗੇ ਵੀ ਪੈਂਤੜਾ ਤਿਆਰ ਕਰਨਾ ਪੈਂਦਾ ਹੈ। ਡੰਡੀ ਪੈਰ ਪੈਰ 'ਤੇ ਰਣਨੀਤਕ ਸੰਨ ਲਾਉਣੇ ਪੈਂਦੇ ਹਨ। ਡੰਡੀ ਤਾਂ ਕਿ ਮਸਲੇ ਦਾ ਆਕਾਰ ਫਤਿਹ ਕਰ ਸਕੀਏ। ਡੰਡੀ ਇਨਸਾਨ ਕਿੰਨਾ ਹੀ ਸਿਆਣਾ ਕਿਉਂ ਨਾ ਹੋਵੇ, ਉਹ ਵਕਤ ਤੋਂ ਦੋ ਪੈਰ ਅਗਾਂਹ ਨਹੀਂ ਤੁਰ ਸਕਦਾ। ਡੰਡੀ ਪਰ ਵਕਤ ਨਾਲ ਰਲਣ ਦੀ ਕੋਸ਼ਿਸ਼ ਨਾ ਛੱਡੇ ਤਾਂ ਹੀ ਬਹੁਤ ਉਪਲਬਧੀ ਹੈ। ਡੰਡੀ ਜ਼ਿੰਦਗੀ ਕਿੰਨੀ ਵੀ ਵਿਸ਼ਾਲ ਖੇਡ ਕਿਉਂ ਨਾ ਹੋਵੇ, ਇੱਕ ਅਨੁਸ਼ਾਸਨ ਮੰਗਦੀ ਹੈ। ਡੰਡੀ ਇਸ ਵਿੱਚ ਰੂਟੀਨ ਦਾ ਵੀ ਬੜਾ ਹੱਥ ਹੈ। ਡੰਡੀ ਅੱਜ ਕੱਲ੍ਹ ਬੱਚਿਆਂ ਦਾ ਵੱਡਿਆਂ ਦਾ ਰੂਟੀਨ ਹੀ ਬੇਤਰਤੀਬਾ ਹੋ ਗਿਆ ਹੈ। ਡੰਡੀ ਕੋਵਿਡ ਕਰਕੇ ਤਾਂ ਹੀ ਉਥਲ ਪੁਥਲ ਮੱਚ ਗਈ ਮਾਹੌਲ ਵਿੱਚ। ਡੰਡੀ ਵੱਡੀ ਤਸਵੀਰ ਵਿੱਚ ਵੀ ਕੰਮ ਦੀ, ਕਮਾਈ ਦੀ ਤੇ ਆਰਾਮ ਦੀ ਤਰਤੀਬ ਜ਼ਰੂਰੀ ਹੈ। ਡੰਡੀ ਕੰਮ ਦੀ ਉਮਰ ਵਿੱਚ ਆਰਾਮ ਬੇਤਰਤੀਬੀ ਹੈ। ਡੰਡੀ ਇੱਕ ਗੱਲ ਜਿਹੜੀ ਪੂਰੀ ਤਰ੍ਹਾਂ ਉੱਭਰ ਕੇ ਆਈ ਹੈ ਕਿਸਾਨੀ ਸੰਘਰਸ਼ ਦੇ ਦੌਰਾਨ, ਉਹ ਹੈ ਕਿ ਸਾਡੇ ਨੌਜਵਾਨ ਕੰਮ ਤੋਂ ਭੱਜਦੇ ਨਹੀਂ। ਡੰਡੀ ਵਕਤ ਆਉਣ 'ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਸਾਂਭ ਲੈਂਦੇ ਹਨ। ਡੰਡੀ ਆਪਣੀ ਲਾਪਰਵਾਹੀ ਤੇ ਅਸਾਵਧਾਨ ਤਬੀਅਤ ਕੱਜ ਕੇ ਮਿਹਨਤ ਦਾ ਰੰਗ ਫੜ ਲੈਂਦੇ ਹਨ। ਡੰਡੀ ਉਹਨਾਂ ਨੂੰ ਕਿਸੇ ਪਾਸੇ ਲਗਾਓ ਤਾਂ ਸਹੀ। ਡੰਡੀ ਇਹੋ ਇੱਕ ਮਾਹੌਲ ਸਾਡੀ ਨੌਜਵਾਨੀ ਖਾਤਰ ਤਰਤੀਬ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਮੌਜੂਦਾ ਸਮੇਂ ਵਿੱਚ। ਡੰਡੀ ਸ਼ਾਇਦ ਅਸੀਂ ਸਮਾਜਿਕ ਢਾਂਚੇ ਵਿੱਚ ਬੁਨਿਆਦੀ ਕਦਰਾਂ ਕੀਮਤਾਂ ਨੂੰ ਸਹੀ ਜਗ੍ਹਾ ਨਹੀਂ ਪ੍ਰਦਾਨ ਕਰ ਸਕੇ। ਡੰਡੀ ਸ਼ਾਇਦ ਵਕਤੀ ਰੰਗਾਂ ਨੇ ਜ਼ਿੰਦਗੀ ਦੇ ਅਸਲ ਘਟਨਾਕ੍ਰਮ 'ਤੇ ਪਰਦਾ ਕੱਜ ਲਿਆ। ਡੰਡੀ ਸਿੱਖਣ ਦੀ ਲੋੜ ਤਾਂ ਇਹ ਹੈ ਕਿ ਉਹ ਅਪਣਾਓ ਜਿਹੜਾ ਦੂਰ ਤੱਕ ਨਿਭਣਾ ਹੈ। ਡੰਡੀ ਸਟਾਰਟ। ਚਲੋ ਇੰਨੀ ਕੁ ਗੱਲ ਆਪਣੇ ਕਿਸਾਨ ਭਾਈਆਂ ਤੋਂ ਹੀ ਸਿੱਖ ਲਈਏ। ਡੰਡੀ ਸਿਰੜ ਸਿਦਕ ਤੇ ਸੱਚਾਈ। ਡੰਡੀ ਇਹ ਉਹ ਗਹਿਣੇ ਹਨ ਜਿਹੜੇ ਹਰ ਕਿਰਦਾਰ ਲਿਸ਼ਕਾ ਸਕਦੇ ਹਨ ਤੇ ਉਂਝ ਵੀ ਔਖਾ ਪੈਂਡਾ ਸੁਖਾਲਾ ਬਣਾ ਸਕਦੇ ਹਨ। ਡੰਡੀ ਹਰ ਇਨਸਾਨ ਯੋਧਾ ਹੈ ਕਿਉਂਕਿ ਜ਼ਿੰਦਗੀ ਦੀ ਜੰਗ ਲੜਦਾ ਹੈ। ਡੰਡੀ ਹਰ ਉਹ ਇਨਸਾਨ ਕਾਮਯਾਬ ਹੈ ਜੋ ਜੰਗ ਦੇ ਮੈਦਾਨ ਵਿੱਚੋਂ ਭੱਜਦਾ ਨਹੀਂ। ਡੰਡੀ ਕਿਉਂਕਿ ਮੰਜ਼ਲਾਂ ਦੇ ਹੱਕਦਾਰ ਰਾਹ ਨਹੀਂ ਬਦਲਦੇ ਹੁੰਦੇ। ਡੰਡੀ ਪੈਸੇ ਦੀ ਚਕਾਚੌਂਧ ਤੇ ਸ਼ੋਹਰਤਾਂ ਦੇ ਲਾਟੂ ਵੱਖਰੀ ਦੁਨੀਆ ਦਾ ਹਿੱਸਾ ਹਨ। ਡੰਡੀ ਆਪਣੇ
ਸਾਰਿਆਂ ਦੀ ਦੁਨੀਆ ਤਾਂ ਵੱਖਰੇ ਕਿਸਮ ਦੀ ਮਿਹਨਤ ਮੰਗਦੀ ਹੈ ਆਪਣੇ ਤੋਂ ਡੰਡੀ। ਇਸ ਮਿਹਨਤ ਨੇ ਹੀ ਆਪਣੀ ਜ਼ਿੰਦਗੀ ਵਿੱਚ ਚਾਨਣ ਭਰਨਾ ਹੈ ਡੰਡੀ। ਇਸ ਖਾਤਰ ਬੁਨਿਆਦੀ ਗੱਲਾਂ ਵਿਚਾਰ ਲਈਏ ਡੰਡੀ। ਹਰ ਮੁਲਕ ਵਿੱਚ ਵਿੱਦਿਆ, ਸਿਹਤ ਅਤੇ ਰੁਜ਼ਗਾਰ ਹੀ ਮੁੱਖ ਥੰਮ ਹੁੰਦੇ ਹਨ ਵਿਕਾਸ ਦੇ ਡੰਡੀ। ਜੇਕਰ ਵਿੱਦਿਆ ਦਾ ਪੱਧਰ ਚੁੱਕਿਆ ਜਾਵੇ ਤਾਂ ਵਿਦਿਆਰਥੀ ਵੱਡੇ ਪੱਧਰ ਦੇ ਮੁਕਾਬਲੇ ਜੋਗੇ ਹੋ ਜਾਣ ਡੰਡੀ। ਬਹੁਤੀਆਂ ਵਿੱਦਿਅਕ ਸੰਸਥਾਵਾਂ ਵਿੱਚ ਇੱਕ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਨਤੀਜੇ ਵਿੱਚ ਨੰਬਰ ਕਿੰਨੇ ਆਏ ਡੰਡੀ। ਵਿਦਿਆਰਥੀ ਕਿੰਨੀ ਕੁ ਸਿੱਖਿਆ ਹਾਸਲ ਕਰ ਸਕਿਆ ਉਹ ਨਾਪਣ ਦਾ ਕੋਈ ਪੱਧਰ ਨਹੀਂ ਡੰਡੀ। ਜੇਕਰ ਵਿੱਦਿਆ ਪ੍ਰਦਾਨ ਕਰਨ ਦਾ ਪੱਧਰ ਉੱਚਾ ਕੀਤਾ ਜਾਵੇ ਤਾਂ ਬਹੁਤ ਸਾਰੇ ਬੱਚੇ ਕੈਨੇਡਾ, ਅਮਰੀਕਾ ਦਾ ਸੁਪਨਾ ਤਿਆਗ ਦੇਣ ਡੰਡੀ। ਇਸ ਮੁਲਕ ਵਿੱਚ ਹੀ ਆਪਣੇ ਖੰਭ ਖਿਲਾਰ ਨਵੀਂ ਉਡਾਨ ਭਰਨ ਡੰਡੀ। ਫਿਰ ਅਗਲੀ ਗੱਲ ਸਿਹਤ ਕੇਂਦਰ ਦੀ ਹੈ ਡੰਡੀ। ਸਹੂਲੀਅਤ ਤੇ ਜ਼ਿੰਮੇਵਾਰੀ ਦੋਵਾਂ ਨੂੰ ਸੁਧਾਰ ਦੀ ਲੋੜ ਹੈ ਡੰਡੀ। ਆਪਣਾ ਸਮਾਜ ਬਿਮਾਰੀ 'ਤੇ ਸਭ ਤੋਂ ਘੱਟ ਖਰਚ ਕਰਕੇ ਰਾਜ਼ੀ ਹੈ ਡੰਡੀ। ਜਾਂ ਤਾਂ ਅਣਗਹਿਲੀ ਕਰ ਦੇਣਗੇ ਤੇ ਜਾਂ ਫਿਰ ਮੰਨ ਕੇ ਹੀ ਰਾਜੀ ਨਹੀਂ ਕਿ ਸਿਹਤ ਦੀ ਪਰਵਾਹ ਜ਼ਰੂਰੀ ਹੈ ਡੰਡੀ। ਉੱਤੋਂ ਨਿੱਜੀਕਰਨ ਕਰਕੇ ਖਪਤਕਾਰ ਸਿਰਫ ਪੈਸੇ ਬਣਾਉਣ ਵਾਲੀ ਮਸ਼ੀਨ ਬਣ ਕੇ ਰਹਿ ਗਿਆ ਹੈ ਡੰਡੀ। ਸਿਹਤਮੰਦ ਸਮਾਜ ਹੀ ਤਰੱਕੀ ਦਾ ਮੋਢੀ ਬਣ ਸਕਦਾ ਹੈ ਡੰਡੀ। ਤੀਜਾ ਮੁੱਦਾ ਰੁਜ਼ਗਾਰ ਹੈ ਡੰਡੀ। ਰੁਜ਼ਗਾਰ ਅਜਿਹਾ ਜਿਸ ਵਿੱਚ ਸਮਾਜ ਦਾ ਹਰ ਵਰਗ ਸ਼ਾਮਲ ਹੋਵੇ ਤੇ ਆਪੋ ਆਪਣਾ ਯੋਗਦਾਨ ਪਾਵੇ ਡੰਡੀ। ਇਹ ਨਹੀਂ ਕਿ ਰੁਜ਼ਗਾਰ ਦਾ ਮੌਕਾ ਹੀ ਹਰ ਕਿਸੇ ਦੀ ਪਹੁੰਚ ਤੋਂ ਬਾਹਰ ਰਹੇ ਡੰਡੀ। ਕੰਮ ਕੋਈ ਵੀ ਹੋਵੇ ਛੋਟਾ ਵੱਡਾ, ਜੇਕਰ ਤੁਹਾਡੀ ਖਾਤਰ ਇੱਕ ਨੇਮ ਰੂਟੀਨ ਬਣਾ ਰਿਹਾ ਹੈ, ਤੁਹਾਨੂੰ ਆਮਦਨੀ ਦੇ ਰਿਹਾ ਹੈ ਤੇ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ, ਫਿਰ ਉਹ ਇੱਕ ਨਿਆਮਤ ਹੀ ਹੈ ਡੰਡੀ। ਉਸ ਉੱਪਰ ਕਿੰਨੀਆਂ ਹੀ ਪੌੜੀਆਂ ਹੋਰ ਟਿਕਾ ਲਓ, ਕੋਈ ਰੋਕ ਨਹੀਂ ਡੰਡੀ। ਅਗਾਂਹ ਵਧਣ ਦੇ ਕਿੰਨੇ ਹੀ ਰਾਹ ਬਣ ਜਾਂਦੇ ਹਨ ਡੰਡੀ। ਤੁਰਨ ਦੀ ਆਦਤ ਤਾਂ ਪਾਓ, ਮੰਜ਼ਲਾਂ ਅਗਾਂਹ ਵੱਧ ਮਿਲਣਗੀਆਂ ਡੰਡੀ। ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ 1991 ਦੇ ਸਰਕਾਰੀ ਕੌਮੀ ਰਾਜਧਾਨੀ ਦੇ ਕਾਨੂੰਨ ਵਿੱਚ ਸੋਧਾਂ ਲਈ ਪੇਸ਼ ਕੀਤੇ ਗਏ ਬਿੱਲ ਨਾਲ ਕੇਂਦਰ ਅਤੇ ਦਿੱਲੀ ਸਰਕਾਰ ਵਿਚਕਾਰ ਟਕਰਾਅ ਹੋਰ ਵਧਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ ਡੰਡੀ। ਦੇਸ਼ ਦੀ ਰਾਜਧਾਨੀ ਹੋਣ ਕਾਰਨ ਕੇਂਦਰ ਕੋਲ ਪੁਲਿਸ, ਜ਼ਮੀਨ ਅਤੇ ਅਮਨ ਕਾਨੂੰਨ ਦੀ ਸਥਿਤੀ ਦਾ ਕਾਨੂੰਨੀ ਅਧਿਕਾਰ ਹੈ ਡੰਡੀ। ਇਸ ਤੋਂ ਇਲਾਵਾ ਰਾਜ ਦੀਆਂ ਸ਼ਕਤੀਆਂ ਸੰਬੰਧੀ ਦਿੱਲੀ ਵਿੱਚ ਸਾਲ 2014 ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਵੱਲੋਂ ਨਿਯੁਕਤ ਕੀਤੇ ਗਏ ਲੈਫਟੀਨੈਂਟ ਗਵਰਨਰ ਨਜੀਬ ਜੰਗ ਵਿਚਕਾਰ ਕਾਰਜਕਾਰੀ ਅਧਿਕਾਰਾਂ ਨੂੰ ਲੈ ਕੇ ਅਕਸਰ ਰੇੜਕਾ ਪਿਆ ਰਹਿੰਦਾ ਸੀ ਡੰਡੀ। ਪੈਦਾ ਹੋ ਰਿਹਾ ਇਹ ਟਕਰਾਅ ਅਦਾਲਤਾਂ ਤੱਕ ਵੀ ਪੁੱਜਦਾ ਰਿਹਾ ਹੈ ਡੰਡੀ। ਇਹ ਵੀ ਇੱਕ ਮੁੱਖ ਕਾਰਨ ਸੀ ਕਿ ਕੇਜਰੀਵਾਲ ਸਰਕਾਰ ਨੂੰ ਅਸਤੀਫਾ ਦੇ ਕੇ ਦਿੱਲੀ ਰਾਜ ਦੀਆਂ ਮੁੜ ਚੋਣਾਂ ਕਰਵਾਉਣ ਦਾ ਐਲਾਨ
ਕਰਨਾ ਪਿਆ ਸੀ। ਡੰਡੀ ਉਦੋਂ ਫਰਵਰੀ 2015 ਨੂੰ ਹੋਈਆਂ ਰਾਜ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 70 ਵਿੱਚੋਂ 67 ਸੀਟਾਂ ਮਿਲੀਆਂ ਸਨ। ਡੰਡੀ ਕੇਜਰੀਵਾਲ ਨੇ ਦੂਸਰੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਰਾਜ ਦੇ ਸਰਕਾਰੀ ਵਿਭਾਗਾਂ ਨੂੰ ਇਹ ਆਖ ਦਿੱਤਾ ਸੀ ਕਿ ਲੈਫਟੀਨੈਂਟ ਗਵਰਨਰ ਕੋਲ ਫਾਈਲਾਂ ਭੇਜਣ ਦੀ ਜ਼ਰੂਰਤ ਨਹੀਂ ਹੈ। ਡੰਡੀ ਇਸ ਸੰਬੰਧੀ ਕੇਜਰੀਵਾਲ ਨੇ ਇਤਰਾਜ਼ ਜਤਾਉਂਦਾ ਇੱਕ ਪੱਤਰ ਵੀ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ ਅਤੇ ਅਧਿਕਾਰਾਂ ਦੀ ਇਹ ਲੜਾਈ ਹਾਈ ਕੋਰਟ ਵਿੱਚ ਤੱਕ ਪਹੁੰਚ ਗਈ ਸੀ। ਡੰਡੀ ਦਿੱਲੀ ਹਾਈ ਕੋਰਟ ਨੇ ਅਗਸਤ 2016 ਵਿੱਚ ਇਹ ਫੈਸਲਾ ਦਿੱਤਾ ਸੀ ਕਿ ਲੈਫਟੀਨੈਂਟ ਗਵਰਨਰ ਰਾਸ਼ਟਰੀ ਰਾਜਧਾਨੀ ਖੇਤਰ NCR ਦਾ ਮੁੱਖ ਅਧਿਕਾਰੀ ਹੈ। ਡੰਡੀ ਉਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਕਸ਼ਮਕਸ਼ ਹੋਰ ਵੀ ਵੱਧ ਗਈ ਸੀ। ਡੰਡੀ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਡੰਡੀ ਸੁਪਰੀਮ ਕੋਰਟ ਨੇ ਇੱਕ ਕੇਸ ਵਿੱਚ ਇਹ ਵੀ ਫੈਸਲਾ ਦਿੱਤਾ ਸੀ ਕਿ ਲੈਫਟੀਨੈਂਟ ਗਵਰਨਰ ਰਾਜ ਸਰਕਾਰ ਦੇ ਫੈਸਲੇ ਸੰਬੰਧੀ ਫਾਈਲ ਨੂੰ ਅਣਮਿੱਥੇ ਸਮੇਂ ਤੱਕ ਆਪਣੇ ਕੋਲ ਨਹੀਂ ਰੱਖ ਸਕਦਾ। ਡੰਡੀ ਇਸ ਲੰਮੀ ਲੜਾਈ ਵਿੱਚ ਸਰਵਉੱਚ ਅਦਾਲਤ ਨੇ 5 ਜੱਜਾਂ ਦੀ ਇੱਕ ਪੀਠ ਸਥਾਪਿਤ ਕਰ ਦਿੱਤੀ ਸੀ। ਡੰਡੀ ਅਦਾਲਤ ਦੀ ਇਸ ਲੰਮੀ ਲੜਾਈ ਵਿੱਚ ਦਿੱਲੀ ਸਰਕਾਰ ਨੂੰ ਨਮੋਸ਼ੀ ਦਾ ਮੂੰਹ ਹੀ ਵੇਖਣਾ ਪਿਆ। ਡੰਡੀ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਲੈਫਟੀਨੈਂਟ ਗਵਰਨਰ ਦਾ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ 'ਤੇ ਕੰਟਰੋਲ ਹੋਵੇਗਾ ਅਤੇ ਇਸ ਸੰਬੰਧੀ ਜਾਂਚ ਕਮਿਸ਼ਨ ਨਿਯੁਕਤ ਕਰਨ ਦੇ ਅਧਿਕਾਰ ਵੀ ਕੇਂਦਰ ਕੋਲ ਹੀ ਰਹਿਣਗੇ। ਡੰਡੀ ਦਿੱਲੀ ਸਰਕਾਰ ਕੋਲ ਸਰਕਾਰੀ ਵਕੀਲ ਨਿਯੁਕਤ ਕਰਨ, ਮਾਲੀਏ ਸੰਬੰਧੀ ਫੈਸਲੇ ਲੈਣ, ਬਿਜਲੀ ਕਮਿਸ਼ਨ ਸਥਾਪਿਤ ਕਰਨ ਆਦਿ ਦੇ ਅਧਿਕਾਰ ਹੋਣਗੇ। ਡੰਡੀ ਇਸ ਦੇ ਨਾਲ ਹੀ ਸਰਵਉੱਚ ਅਦਾਲਤ ਨੇ ਇਹ ਵੀ ਫੈਸਲਾ ਦਿੱਤਾ ਸੀ ਕਿ ਕੇਂਦਰ ਸਰਕਾਰ ਜਾਇੰਟ ਡਾਇਰੈਕਟਰ ਜਾਂ ਉਸ ਤੋਂ ਉੱਤੇ ਦੇ ਅਹੁਦਿਆਂ ਵਾਲੇ ਅਧਿਕਾਰੀਆਂ ਦੀ ਨਿਯੁਕਤੀ ਜਾਂ ਤਬਾਦਲੇ ਕਰ ਸਕੇਗੀ। ਡੰਡੀ ਹੋਰ ਅਹੁਦਿਆਂ ਨਾਲ ਸੰਬੰਧਿਤ ਮਾਮਲਿਆਂ 'ਚ ਮਤਭੇਦ ਪੈਦਾ ਹੋਣ ਦੀ ਸੂਰਤ 'ਚ ਲੈਫਟੀਨੈਂਟ ਗਵਰਨਰ ਹੀ ਆਪਣੀ ਰਾਏ ਦੇਵੇਗਾ। ਡੰਡੀ ਜਿੱਥੇ ਕੇਜਰੀਵਾਲ ਅਦਾਲਤ ਨੇ ਇਸ ਦੇ ਫੈਸਲੇ ਨੂੰ ਸੰਵਿਧਾਨ ਅਤੇ ਲੋਕਤੰਤਰ ਦੇ ਖਿਲਾਫ ਕਿਹਾ ਸੀ, ਉੱਥੇ ਭਾਜਪਾ ਨੇ ਕੇਜਰੀਵਾਲ ਦੇ ਬਿਆਨ ਨੂੰ ਅਦਾਲਤ ਦੀ ਤੋਹੀਨ ਦੱਸਿਆ ਸੀ। ਡੰਡੀ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਦਿੱਲੀ ਰਾਜ ਦੇ ਅਧਿਕਾਰਾਂ ਬਾਰੇ ਬਿੱਲ ਸੰਬੰਧੀ ਵੱਡੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਡੰਡੀ ਕੇਜਰੀਵਾਲ ਸਰਕਾਰ ਇਸ ਨੂੰ ਰਾਜ ਸਰਕਾਰ ਦੇ ਅਧਿਕਾਰ ਹੋਰ ਘਟਾਉਣ ਅਤੇ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧਾਂ ਦੀ ਅਣਦੇਖੀ ਦਾ ਯਤਨ ਕਹਿ ਕੇ ਇਸ ਦੀ ਸਖਤ ਆਲੋਚਨਾ ਕਰ ਰਹੀ ਹੈ। ਡੰਡੀ ਬਿੱਲ ਤੋਂ ਵੀ ਇਹ ਸਪਸ਼ਟ ਹੁੰਦਾ ਹੈ ਕਿ ਇਸ ਨਾਲ ਚੁਣੀ ਹੋਈ ਸਰਕਾਰ ਦੀਆਂ ਕਾਰਜਕਾਰੀ ਸ਼ਕਤੀਆਂ ਹੋਰ ਵੀ ਘਟ ਜਾਣਗੀਆਂ। ਡੰਡੀ ਚਾਹੇ ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਦੇ ਅਧਿਕਾਰ ਖੇਤਰਾਂ ਨੂੰ ਤਾਂ ਸਪਸ਼ਟ ਰੂਪ ਵਿੱਚ ਬਿਆਨ ਦਿੱਤਾ ਸੀ, ਪਰ ਉਪ ਰਾਜਪਾਲ ਦੀਆਂ ਕੁਝ ਸ਼ਕਤੀਆਂ ਸੰਬੰਧੀ ਭਰਮ ਬਣਿਆ ਰਿਹਾ ਸੀ। ਡੰਡੀ ਕੇਂਦਰ ਵੱਲੋਂ ਇਹ ਬਿੱਲ ਪੇਸ਼ ਕਰਦਿਆਂ ਕਿਹਾ ਗਿਆ ਹੈ ਕਿ ਇਸ ਸੋਧ ਬਿੱਲ ਦਾ ਉਦੇਸ਼ ਰਾਜਪਾਲ ਦੀਆਂ ਸ਼ਕਤੀਆਂ ਨੂੰ ਸਪਸ਼ਟ ਕਰਨਾ ਹੈ। ਡੰਡੀ ਕੇਜਰੀਵਾਲ ਨੇ ਇਸ ਨੂੰ ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ
ਹੋਰ ਘੱਟ ਕਰਨ ਵਾਲਾ ਦੱਸ ਕੇ ਇਸ ਦੀ ਆਲੋਚਨਾ ਕਰਦਿਆਂ ਆਪਣੀ ਇਸ ਲੜਾਈ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਡੈਂਡੀ ਅਸੀਂ ਸਮਝਦੇ ਹਾਂ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਸਿੱਖਿਆ, ਸਿਹਤ, ਬਿਜਲੀ ਅਤੇ ਮੁੱਢਲੇ ਢਾਂਚੇ ਨੂੰ ਹੋਰ ਸੰਵਾਰਨ ਲਈ ਵਧੀਆ ਕੰਮ ਕੀਤੇ ਹਨ। ਡੈਂਡੀ ਇਹਨਾਂ ਦੇ ਆਧਾਰ 'ਤੇ ਹੀ ਉਸ ਨੇ ਲੋਕਾਂ ਵਿੱਚ ਆਪਣੀ ਵਿਸ਼ਵਾਸਯੋਗਤਾ ਬਣਾਈ ਹੋਈ ਹੈ। ਡੈਂਡੀ ਬਿਨਾਂ ਸ਼ੱਕ ਰਾਜ ਦੇ ਸਰਕਾਰੀ ਮਹਿਕਮਿਆਂ ਵਿੱਚ ਭ੍ਰਿਸ਼ਟਾਚਾਰ ਦਾ ਰੁਝਾਨ ਵੀ ਵੱਡੀ ਹੱਦ ਤੱਕ ਘਟਿਆ ਦਿਖਾਈ ਦਿੰਦਾ ਹੈ। ਡੈਂਡੀ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਸੋਧ ਬਿੱਲ ਜਿੱਥੇ ਆਮ ਆਦਮੀ ਪਾਰਟੀ ਦੀ ਸਾਖ ਵਿੱਚ ਹੋਰ ਵਾਧਾ ਕਰੇਗਾ, ਉੱਥੇ ਕੇਂਦਰ ਸਰਕਾਰ ਨੂੰ ਇਸ ਮਸਲੇ 'ਤੇ ਜਵਾਬਦੇਹ ਹੋਣਾ ਪਵੇਗਾ, ਜਿਸ ਨਾਲ ਉਸ ਦੀ ਕਾਰਜਸ਼ੈਲੀ ਅਤੇ ਸਾਖ ਹੋਰ ਵੀ ਧੁੰਦਲੀ ਹੋਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ। ਡੈਂਡੀ ਪਹਿਰਾ ਪੰਜਾਬ ਸਰਕਾਰ ਦੇ ਧਿਆਨਯੋਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜੋ ਪੜ੍ਹੋ ਪੰਜਾਬ ਸਕੀਮ ਚਲਾਈ ਜਾ ਰਹੀ ਹੈ, ਉਸ ਵਿੱਚ ਸਕੂਲਾਂ ਵਿੱਚੋਂ ਅਧਿਆਪਕ ਹੀ ਲਾਏ ਜਾਂਦੇ ਹਨ। ਡੈਂਡੀ ਇਹਨਾਂ ਬਾਰੇ ਕੋਈ ਨਵੀਂ ਭਰਤੀ ਨਹੀਂ ਕੀਤੀ ਜਾਂਦੀ। ਡੈਂਡੀ ਜਦੋਂ ਪਹਿਲਾਂ ਪਹਿਲ ਇਹ ਸਕੀਮ ਲਾਗੂ ਕੀਤੀ ਸੀ, ਜਿਸ ਸਕੂਲ ਵਿੱਚ ਅਧਿਆਪਕ ਇਸ ਸਕੀਮ ਲਈ ਲਾਏ ਜਾਂਦੇ ਸਨ, ਉਹਨਾਂ ਦੀ ਥਾਂ 2 ਵਲੰਟੀਅਰ ਭਰਤੀ ਕਰ ਲਏ ਜਾਂਦੇ ਸਨ, ਜਿਸ ਨਾਲ ਇਸ ਸਕੀਮ ਤਹਿਤ ਗਏ ਅਧਿਆਪਕ ਦੀ ਪਿੱਛੇ ਕਲਾਸ ਦੀ ਪੜ੍ਹਾਈ ਵਿੱਚ ਰੁਕਾਵਟ ਨਹੀਂ ਆਉਂਦੀ ਸੀ। ਡੈਂਡੀ ਪਰ ਹੁਣ ਤਾਂ ਜਿਸ ਸਕੂਲ ਤੋਂ ਅਧਿਆਪਕ ਇਸ ਸਕੀਮ ਤਹਿਤ CMT ਕੋਆਰਡੀਨੇਟਰ ਲਾਏ ਜਾਂਦੇ ਹਨ, ਉਹਨਾਂ ਦੀ ਥਾਂ 'ਤੇ ਕਿਸੇ ਅਧਿਆਪਕ ਨੂੰ ਨਹੀਂ ਲਗਾਇਆ ਜਾਂਦਾ, ਜਿਸ ਕਰਕੇ ਸਕੂਲ ਤੋਂ ਇਸ ਸਕੀਮ ਤਹਿਤ ਗਏ ਅਧਿਆਪਕ ਦੀ ਕਲਾਸ ਅਧਿਆਪਕ ਤੋਂ ਵਿਰਵੀ ਹੋ ਜਾਂਦੀ ਹੈ। ਡੈਂਡੀ ਉਸ ਜਮਾਤ ਨੂੰ ਸਕੂਲ ਦਾ ਹੋਰ ਕੋਈ ਅਧਿਆਪਕ ਪੜ੍ਹਾਉਂਦਾ ਹੈ। ਇਸ ਤਰ੍ਹਾਂ ਇੱਕ ਅਧਿਆਪਕ ਨੂੰ ਦੋਵਾਂ ਜਮਾਤਾਂ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਡੈਂਡੀ ਉਹ ਅਧਿਆਪਕ ਬੱਚਿਆਂ ਨਾਲ ਕੀ ਇਨਸਾਫ ਕਰ ਸਕੇਗਾ। ਡੈਂਡੀ ਰਾਸ਼ਟਰੀ ਸਿੱਖਿਆ ਅਧਿਕਾਰ ਐਕਟ ਅਨੁਸਾਰ ਇੱਕ ਅਧਿਆਪਕ ਕੋਲ 30 ਬੱਚੇ ਹੋਣੇ ਚਾਹੀਦੇ ਹਨ। ਡੈਂਡੀ ਪਰ ਜੇਕਰ ਅਧਿਆਪਕ ਨੂੰ 2 ਜਮਾਤਾਂ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਤਾਂ ਉਹ ਅਧਿਆਪਕ ਕਿੰਨਾ ਕੁ ਆਪਣਾ ਨਤੀਜਾ ਵਧੀਆ ਦਿਖਾ ਸਕੇਗਾ। ਡੈਂਡੀ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਕੀਮਾਂ ਜਿੰਨੀਆਂ ਮਰਜ਼ੀ ਚਲਾਵੇ, ਪਰ ਬੱਚਿਆਂ ਦੀ ਪੜ੍ਹਾਈ ਲਈ ਬਦਲਵਾਂ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ। ਡੈਂਡੀ ਦੇਸ਼ ਵਿੱਚ ਇਸ ਵੇਲੇ ਅਰਾਜਕਤਾ ਦਾ ਬੋਲਬਾਲਾ ਹੈ। ਡੈਂਡੀ ਪ੍ਰਧਾਨ ਮੰਤਰੀ ਮੋਦੀ ਨੇ ਜੋ ਆਪਣੀ ਹੰਕਾਰੀ ਤਾਕਤ ਦੇ ਜ਼ੋਰ ਨਾਲ ਖੇਤੀ ਬਿੱਲਾਂ ਸੰਬੰਧੀ ਕਾਨੂੰਨ ਦੇਸ਼ ਵਿੱਚ ਲਾਗੂ ਕਰਨ ਲਈ ਮਤਾ ਪਾਸ ਕਰਵਾ ਲਿਆ ਹੈ, ਕਿਸਾਨ ਹਰ ਚੌਰਾਹੇ ਵਿੱਚ ਮੋਦੀ ਦੀ ਹਾਏ ਹਾਏ ਕਰਕੇ ਪ੍ਰਸ਼ੰਸਾ ਕਰਦੇ ਹੋਏ ਮੋਦੀ ਦਾ ਪੁਤਲਾ ਫੂਕ ਰਹੇ ਹਨ। ਡੈਂਡੀ ਪਹਿਲਾਂ ਮਾਰਕੇ ਦਾ ਕੰਮ ਉਹਨਾਂ ਨੇ ਨੋਟਬੰਦੀ ਕਰਕੇ ਕੀਤਾ ਸੀ। ਡੈਂਡੀ ਸਾਡੇ ਵਰਗੇ ਰੋਜ਼ ਕਮਾ ਕੇ ਖਾਣ ਵਾਲੇ ਹੀ ਲਾਈਨਾਂ ਵਿੱਚ ਲੱਗ ਕੇ ਧੁੱਪੇ ਸੜ ਕੇ ਧੱਕੇ ਖਾ ਕੇ ਹਾਲੋਂ ਬੇਹਾਲ ਹੋਏ ਸਨ। ਡੈਂਡੀ ਕੋਈ ਵਜ਼ੀਰ, ਕੋਈ ਅਫਸਰ ਉਹਨਾਂ ਨਜ਼ਾਰਿਆਂ ਦਾ ਹਿੱਸਾ ਨਹੀਂ ਸੀ ਬਣਿਆ। ਡੈਂਡੀ
ਹੁਣ ਖੇਤੀ ਸੰਬੰਧੀ ਬਿੱਲਾਂ ਦੇ ਵਿਰੋਧ ਵਿੱਚ ਸਾਰੇ ਦੇਸ਼ ਵਿੱਚ ਬੰਦ ਅਤੇ ਹੜਤਾਲਾਂ ਦਾ ਜ਼ੋਰ ਚੱਲ ਰਿਹਾ ਹੈ। ਡੰਡੀ ਇਸ ਨਾਲ ਵੀ ਆਮ ਬੰਦੇ ਦੀ ਕਮਰ ਸਿੱਧੀ ਨਹੀਂ ਹੋ ਸਕਣੀ ਛੇਤੀ ਡੰਡੀ, ਕਿਉਂਕਿ ਪਿੱਛੇ ਪੈ ਗਏ ਰੁਜ਼ਗਾਰਾਂ ਨੂੰ ਰਫਤਾਰ ਦੇਣੀ ਕੋਈ ਸੌਖਾ ਕੰਮ ਨਹੀਂ ਹੈ। ਡੰਡੀ ਇਸ ਹੋਣ ਵਾਲੇ ਆਮ ਲੋਕਾਂ ਦੇ ਘਾਟੇ ਦਾ ਮੋਦੀ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਕੋਈ ਫਰਕ ਨਹੀਂ ਪੈਣਾ। ਡੰਡੀ ਦੇਸ਼ ਵਿੱਚ ਜਿਵੇਂ ਮਰਜ਼ੀ ਭਾਂਬੜ ਬਲੀ ਜਾਣ, ਉਹਨਾਂ ਦੀ ਜਾਣੇ ਬਲਾ ਡੰਡੀ। ਸਰਕਾਰਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਉਦਯੋਗ ਲਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ। ਡੰਡੀ ਜੇ ਕਿਸਾਨ ਕੱਚਾ ਮਾਲ ਪੈਦਾ ਕਰੇਗਾ ਤਾਂ ਹੀ ਉਦਯੋਗ ਚੱਲਣਗੇ। ਜੇਕਰ ਕਾਰਪੋਰੇਟ ਘਰਾਣਿਆਂ ਨੇ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਤਾਂ ਉਹ ਆਪਣੀ ਮਰਜ਼ੀ ਦੀ ਫਸਲ ਪੈਦਾ ਕਰਕੇ ਉਦਯੋਗ ਚਲਾਉਣਗੇ। ਡੰਡੀ ਪ੍ਰਾਈਵੇਟ ਮੰਡੀਆਂ ਵਿੱਚ ਵੱਧ ਜਾਣਗੀਆਂ ਤੇ ਸਰਕਾਰੀ ਘਟ ਜਾਣਗੀਆਂ। ਅੱਗੇ ਹੀ ਵੱਧਦੀ ਆਬਾਦੀ ਕਾਰਨ ਜ਼ਮੀਨਾਂ ਦਿਨੋਂ ਦਿਨ ਘਟ ਰਹੀਆਂ ਹਨ। ਡੰਡੀ ਆਉਣ ਵਾਲੇ ਸਮੇਂ ਵਿੱਚ ਫਸਲਾਂ ਨੇ ਵੀ ਘਟ ਜਾਣਾ ਹੈ। ਤੜਕੇ ਵਪਾਰੀ ਆਪਣੀ ਮਰਜ਼ੀ ਦੀਆਂ ਫਸਲਾਂ ਮਰਜ਼ੀ ਦੇ ਭਾਅ 'ਤੇ ਵੇਚਿਆ ਕਰਨਗੇ। ਡੰਡੀ ਕਿਸਾਨਾਂ ਕੋਲੋਂ ਮਰਜ਼ੀ ਦੀਆਂ ਫਸਲਾਂ 'ਤੇ ਮਰਜ਼ੀ ਦੇ ਭਾਅ 'ਤੇ ਖਰੀਦਿਆ ਕਰਨਗੇ। ਡੰਡੀ ਕਿਸਾਨਾਂ ਕੋਲੋਂ ਮਰਜ਼ੀ ਦੀਆਂ ਫਸਲਾਂ ਪੈਦਾ ਕਰਵਾਇਆ ਕਰਨਗੇ। ਡੰਡੀ ਇਹ ਹੀ ਹਨ ਕਾਲੇ ਕਾਨੂੰਨ। ਵਪਾਰੀ ਵਪਾਰ ਭਾਲਦਾ, ਕਾਮਾ ਰੁਜ਼ਗਾਰ ਭਾਲਦਾ। ਸਰਕਾਰਾਂ ਨੂੰ ਚਾਹੀਦਾ ਹੈ ਅਜਿਹੀਆਂ ਨੀਤੀਆਂ ਛੱਡ ਕੇ ਦੂਜੇ ਦੇਸ਼ਾਂ ਵਾਂਗ ਕਿਸਾਨਾਂ ਤੇ ਕਾਮਿਆਂ ਦੀ ਮਦਦ ਕਰੇ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਡੰਡੀ 28 ਦਸੰਬਰ 2001 ਦੀ ਗੱਲ ਹੈ। ਆਲ ਇੰਡੀਆ ਮਾਈਨਾਰਿਟੀ ਐਜੂਕੇਸ਼ਨ ਬੋਰਡ ਦੇ ਬੈਨਰ ਹੇਠ ਦੇਸ਼ ਦੇ 10 ਰਾਜਾਂ ਦੇ 127 ਵਿਅਕਤੀ ਸੂਰਤ, ਗੁਜਰਾਤ ਦੇ ਅਥਵਾ ਲਾਇੰਸ ਖੇਤਰ ਸਥਿਤ ਬੰਦ ਪਏ ਇੱਕ ਸਿਨੇਮਾ ਘਰ ਰਾਜਸੀ ਹਾਲ ਵਿੱਚ 2 ਰੋਜ਼ਾ ਸੈਮੀਨਾਰ ਲਈ ਇਕੱਤਰ ਹੋਏ ਤਾਂ ਕਿ ਸਿੱਖਿਅਕ ਅਧਿਕਾਰ ਅਤੇ ਸੰਵਿਧਾਨ ਦਾ ਮਾਰਗ ਦਰਸ਼ਨ ਵਿਸ਼ੇ 'ਤੇ ਚਰਚਾ ਕੀਤੀ ਜਾ ਸਕੇ। ਡੰਡੀ ਇਹਨਾਂ ਵਿਅਕਤੀਆਂ ਵਿੱਚ ਰਾਜਸਥਾਨ ਤੋਂ 2 ਉਪ ਕੁਲਪਤੀ, 4-5 ਪ੍ਰੋਫੈਸਰ, ਡਾਕਟਰ, ਇੰਜੀਨੀਅਰ, 1 ਸੇਵਾ ਮੁਕਤ ਜੱਜ ਆਦਿ ਵਿਸ਼ੇਸ਼ ਰੂਪ ਨਾਲ ਸ਼ਾਮਲ ਸਨ। ਡੰਡੀ ਪਰ ਰਾਤ ਵਿੱਚ ਜਦੋਂ ਇਹ ਲੋਕ ਸੌਂ ਰਹੇ ਸਨ ਤਾਂ ਸੂਰਤ ਦੀ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਗੈਰ ਕਾਨੂੰਨੀ ਸਰਗਰਮੀਆਂ ਰੋਕਥਾਮ ਕਾਨੂੰਨ 1967 UAPA ਜੋ ਉਸ ਸਮੇਂ ਵਰਤਮਾਨ ਸੋਧੇ ਹੋਏ ਕਾਨੂੰਨਾਂ ਦੀ ਤਰ੍ਹਾਂ ਕਠੋਰ ਨਹੀਂ ਸੀ ਦੀਆਂ ਧਾਰਾਵਾਂ 3, 10, 13 ਅਤੇ 15 ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਡੰਡੀ ਪੁਲਿਸ ਦਾ ਦੋਸ਼ ਸੀ ਕਿ ਇਹ ਲੋਕ ਪਾਬੰਦੀਸ਼ੁਦਾ ਸੰਗਠਨ ਸਿੰਮੀ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ ਦੇ ਮੈਂਬਰ ਹਨ ਅਤੇ ਦੇਸ਼ ਵਿਰੋਧੀ ਸਰਗਰਮੀਆਂ ਨੂੰ ਉਤਸ਼ਾਹਿਤ ਕਰ ਰਹੇ ਸਨ। ਡੰਡੀ ਪੁਲਿਸ ਅਨੁਸਾਰ ਇਹਨਾਂ ਕੋਲੋਂ ਉਰਦੂ ਅਤੇ ਅਰਬੀ ਦੀਆਂ ਹੱਥ ਲਿਖਤਾਂ ਅਤੇ ਮੋਬਾਈਲ ਫੋਨ ਬਰਾਮਦ ਹੋਏ। ਡੰਡੀ ਇਹਨਾਂ ਲੋਕਾਂ ਨੇ ਸਿੰਮੀ ਦਾ ਮੈਂਬਰ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ
ਕਿਹਾ ਕਿ ਉਹਨਾਂ ਦਾ ਉਦੇਸ਼ ਘੱਟ ਗਿਣਤੀਆਂ ਦੀ ਸਿੱਖਿਆ ਦੀ ਤਰਸਯੋਗ ਸਥਿਤੀ ਨੂੰ ਬਿਹਤਰ ਬਣਾਉਣ ਦੇ ਉਪਾਵਾਂ 'ਤੇ ਵਿਚਾਰ ਕਰਨਾ ਸੀ। ਡੈਂਡੀ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 27 ਸਤੰਬਰ 2001 ਵਿੱਚ ਸਿੰਮੀ 'ਤੇ ਪਾਬੰਦੀ ਲਾ ਦਿੱਤੀ ਸੀ। ਡੈਂਡੀ ਹੁਣ ਲਗਭਗ 20 ਸਾਲ ਬਾਅਦ ਸੂਰਤ ਦੇ ਮੁੱਖ ਨਿਆਇਕ ਮੈਜਿਸਟ੍ਰੇਟ AN ਦਵੇ ਨੇ ਪੁਲਿਸ ਦੇ ਦੋਸ਼ਾਂ ਨੂੰ ਆਧਾਰਹੀਨ ਦੱਸਦਿਆਂ ਇਹਨਾਂ ਸਾਰੇ 127 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਡੈਂਡੀ ਬਰੀ ਹੋਣ ਵਾਲੇ ਵਿਅਕਤੀਆਂ ਵਿੱਚ 44 ਮਹਾਰਾਸ਼ਟਰ ਦੇ, 29 ਗੁਜਰਾਤ ਦੇ, 13 ਮੱਧ ਪ੍ਰਦੇਸ਼ ਦੇ, 11 ਕਰਨਾਟਕ ਦੇ, 10 ਉੱਤਰ ਪ੍ਰਦੇਸ਼ ਦੇ, 9 ਰਾਜਸਥਾਨ ਦੇ, 4 ਪੱਛਮੀ ਬੰਗਾਲ ਅਤੇ ਤਾਮਿਲਨਾਡੂ ਦੇ, 2 ਬਿਹਾਰ ਦੇ ਅਤੇ 1 ਛੱਤੀਸਗੜ੍ਹ ਤੋਂ ਹੈ। ਡੈਂਡੀ ਇਹਨਾਂ ਵਿੱਚੋਂ 7 ਵਿਅਕਤੀਆਂ ਦੀ ਟਰਾਇਲ ਦੌਰਾਨ ਮੌਤ ਹੋ ਗਈ। 5 ਹੋਰ ਦੋਸ਼ਾਂ ਤਹਿਤ ਅਜੇ ਵੀ ਜੇਲ੍ਹ ਵਿੱਚ ਹਨ ਅਤੇ 4 ਹੋਰ ਇੰਨੇ ਕੁ ਬਿਮਾਰ ਹਨ ਕਿ ਮੰਜੇ ਤੋਂ ਉੱਠ ਨਹੀਂ ਸਕਦੇ। ਇਸ ਲਈ ਜਦੋਂ 6 ਮਾਰਚ 2021 ਨੂੰ ਨਿਆਇਕ ਮੈਜਿਸਟ੍ਰੇਟ ਨੇ ਆਪਣਾ ਫੈਸਲਾ ਸੁਣਾਇਆ ਤਾਂ ਉਸ ਸਮੇਂ ਸਿਰਫ 111 ਵਿਅਕਤੀ ਹੀ ਅਦਾਲਤ ਵਿੱਚ ਮੌਜੂਦ ਸਨ। ਡੈਂਡੀ ਇਹਨਾਂ ਵਿਅਕਤੀਆਂ ਨੇ CRPC ਦੀ ਧਾਰਾ 313 ਤਹਿਤ ਦਿੱਤੇ ਗਏ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸਿੰਮੀ ਦੇ ਮੈਂਬਰ ਨਹੀਂ ਹਨ। ਡੈਂਡੀ ਉਹ ਆਲ ਇੰਡੀਆ ਮਾਈਨਾਰਿਟੀਜ਼ ਐਜੂਕੇਸ਼ਨ ਬੋਰਡ ਵੱਲੋਂ ਸੂਰਤ ਵਿੱਚ ਕੀਤੇ ਜਾਣ ਵਾਲੇ ਸਿੱਖਿਆ ਸੰਬੰਧੀ ਸੈਮੀਨਾਰ ਵਿੱਚ ਸ਼ਾਂਤੀਪੂਰਵਕ ਹਿੱਸਾ ਲੈਣ ਆਏ ਸਨ। ਡੈਂਡੀ ਅਦਾਲਤ ਨੇ ਇਹ ਕਹਿੰਦਿਆਂ ਕਿ ਦੋਸ਼ ਲਾਉਣ ਵਾਲੀ ਧਿਰ ਇਹ ਸਾਬਤ ਨਹੀਂ ਕਰ ਸਕੀ ਕਿ ਦੋਸ਼ੀ ਸਿੰਮੀ ਦੇ ਮੈਂਬਰ ਹਨ, ਆਪਣਾ ਫੈਸਲਾ ਸੁਣਾਇਆ ਕਿ ਦੋਸ਼ ਲਾਉਣ ਵਾਲੀ ਧਿਰ ਦੀ ਇਹ ਬਹਿਸ ਕਿ ਇਹ ਲੋਕ ਸਿੰਮੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ ਨਾ ਤਾਂ ਸੰਤੋਖਜਨਕ ਹੈ ਅਤੇ ਨਾ ਹੀ ਭਰੋਸਾ ਕਰਨ ਯੋਗ, ਜਿਸ ਕਾਰਨ ਇਸ ਕੇਸ ਵਿੱਚ ਕਈ ਸ਼ੱਕ ਪੈਦਾ ਹੁੰਦੇ ਹਨ। ਡੰਡੀ ਨਤੀਜੇ ਵਜੋਂ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੱਤਾ ਜਾ ਸਕਦਾ ਹੈ। ਡੰਡੀ ਦੋਸ਼ ਲਾਉਣ ਵਾਲੀ ਧਿਰ ਇਹ ਸਾਬਤ ਕਰਨ ਵਿੱਚ ਵੀ ਨਾਕਾਮ ਰਹੀ ਕਿ ਮੌਕਾ ਇਹ ਵਾਰਦਾਤ ਭਾਵ ਸੈਮੀਨਾਰ ਵਾਲੀ ਥਾਂ ਤੋਂ ਬਰਾਮਦ ਕੀਤਾ ਗਿਆ ਸਾਹਿਤ ਗੈਰ ਕਾਨੂੰਨੀ ਸੀ। ਡੰਡੀ ਇਸ ਲਈ ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ UAPA ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਡੰਡੀ ਹਾਲਾਂਕਿ ਅਜੇ ਇਹ ਤੈਅ ਨਹੀਂ ਹੈ ਕਿ ਮੁੱਖ ਨਿਆਇਕ ਮੈਜਿਸਟ੍ਰੇਟ ਦੇ ਇਸ ਬਰੀ ਆਦੇਸ਼ ਨੂੰ ਰਾਜ ਸਰਕਾਰ ਗੁਜਰਾਤ ਹਾਈ ਕੋਰਟ ਵਿੱਚ ਚੁਣੌਤੀ ਦੇਵੇਗੀ ਜਾਂ ਨਹੀਂ, ਪਰ ਇਸ ਕੇਸ ਨਾਲ ਕੁਝ ਅਤ ਮਹੱਤਵਪੂਰਨ ਸਵਾਲ ਉੱਠਦੇ ਹਨ ਜਿਨ੍ਹਾਂ ਦਾ ਜਵਾਬ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਹੈ। ਡੰਡੀ ਖਾਸ ਤੌਰ 'ਤੇ ਇਸ ਲਈ ਕਿ ਦੋਸ਼ੀਆਂ ਨੂੰ ਲਗਭਗ 20 ਸਾਲ ਤੱਕ ਬਿਨਾਂ ਕਿਸੇ ਅਪਰਾਧ ਦੇ ਸਮਾਜਿਕ ਕਲੰਕ ਨਾਲ ਦਰਦ ਭਰਿਆ ਜੀਵਨ ਜਿਉਣਾ ਪਿਆ। ਡੰਡੀ ਇੰਨੇ ਸਾਲਾਂ ਤੱਕ ਉਹਨਾਂ ਨੇ ਜੋ ਅਪਮਾਨ ਬਰਦਾਸ਼ਤ ਕੀਤਾ, ਉਹਨਾਂ ਨੇ ਜੋ ਆਪਣਾ ਸਨਮਾਨ ਗਵਾਇਆ, ਇਸ ਸਭ ਦੀ ਭਰਪਾਈ ਕੌਣ ਕਰੇਗਾ? ਪ੍ਰਸ਼ਨ ਚਿੰਨ੍ਹ। ਧਿਆਨ ਰਹੇ ਕਿ ਇਹਨਾਂ ਪੀੜਤਾਂ ਵਿੱਚ
ਉੱਚ ਸਿੱਖਿਆ ਪ੍ਰਾਪਤ ਵਰਗ ਅਤੇ ਸਥਾਪਿਤ ਕਾਰੋਬਾਰੀ ਵੀ ਸ਼ਾਮਿਲ ਸਨ। ਡੰਡੀ ਉਂਝ ਸਨਮਾਨ ਅਤੇ ਸ਼ਾਨ ਦਾ ਹੱਕਦਾਰ ਤਾਂ ਆਮ ਗਰੀਬ ਅਤੇ ਅਨਪੜ੍ਹ ਵਿਅਕਤੀ ਵੀ ਹੁੰਦਾ ਹੈ। ਡੰਡੀ ਇੱਕ ਪੀੜਤ ਹਨੀਫ ਵੋਰਾ ਨੂੰ 14 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਮਿਲੀ ਸੀ, ਜਿਸ ਦੌਰਾਨ ਉਸ ਅਨੁਸਾਰ ਉਸ ਦੇ ਪਰਿਵਾਰ ਨੂੰ ਭਾਰੀ ਆਰਥਿਕ ਅਤੇ ਮਨੋਵਿਗਿਆਨਕ ਨੁਕਸਾਨ ਉਠਾਉਣਾ ਪਿਆ। ਡੰਡੀ ANI ਦੀ ਇੱਕ ਰਿਪੋਰਟ ਵਿੱਚ ਇੱਕ ਵਕੀਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜ਼ਿਆਦਾਤਰ ਪੀੜਤਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਲਗਭਗ 20 ਸਾਲ ਜੇਲ੍ਹ ਵਿੱਚ ਗੁਜ਼ਾਰਨੇ ਪਏ। ਡੰਡੀ ਸਵਾਲ ਇਹ ਹੈ ਕਿ ਇਹਨਾਂ ਪੀੜਤਾਂ ਦੇ ਜੋ ਵੀ ਕੀਮਤੀ ਸਾਲ ਬਰਬਾਦ ਹੋਏ ਉਸ ਲਈ ਕੌਣ ਜਵਾਬਦੇਹ ਹੈ? ਪ੍ਰਸ਼ਨ ਚਿੰਨ੍ਹ। ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਇਸ ਝੂਠੇ ਮਾਮਲੇ ਵਿੱਚ ਫਸਾਇਆ ਸੀ ਕਿ ਉਹਨਾਂ ਖਿਲਾਫ ਕੋਈ ਕਾਰਵਾਈ ਹੋਵੇਗੀ। ਪ੍ਰਸ਼ਨ ਚਿੰਨ੍ਹ। ਦੇਸ਼ gujarat.com ਦੀ ਰਿਪੋਰਟ ਅਨੁਸਾਰ ਸਾਲ 2001 ਵਿੱਚ ਆਬਵਲਾਈਸ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਪੰਚੋਲੀ ਨੇ ਇਹ ਦਾਅਵਾ ਕਰਦਿਆਂ FIR ਦਰਜ ਕੀਤੀ ਸੀ ਕਿ ਉਸ ਕੋਲ ਸੰਗਰਾਮਪੁਰਾ ਖੇਤਰ ਦੇ ਰਾਜਸ਼੍ਰੀ ਹਾਲ ਵਿੱਚ ਪਾਬੰਦੀਸ਼ੁਦਾ ਸੰਗਠਨ ਸਿਮੀ ਦੇ 3 ਰੋਜ਼ਾ ਸੰਮੇਲਨ ਦੀ ਰਾਜ ਸਰਕਾਰ ਵੱਲੋਂ ਗੁਪਤ ਸੂਚਨਾ ਦਿੱਤੀ ਗਈ ਸੀ। ਡੰਡੀ ਇਸੇ ਰਿਪੋਰਟ ਅਨੁਸਾਰ ਮੁੱਖ ਨਿਆਇਕ ਮੈਜਿਸਟ੍ਰੇਟ ਦਵੇ ਨੇ ਆਪਣੇ 6 ਮਾਰਚ ਦੇ ਆਦੇਸ਼ ਵਿੱਚ ਸਿੱਟਾ ਕੱਢਿਆ ਕਿ UAPA ਦੀ ਧਾਰਾ 17 ਦੀ ਵਿਵਸਥਾ ਦੇ ਉਲਟ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਡੰਡੀ ਰਾਜ ਪੱਧਰ 'ਤੇ ਇਜਾਜ਼ਤ ਦਿੰਦਿਆਂ ਰਾਜ ਸਰਕਾਰ ਨੇ ਆਪਣੇ ਦਿਮਾਗ ਦੀ ਵਰਤੋਂ ਨਹੀਂ ਕੀਤੀ ਸੀ। ਡੰਡੀ ਹਾਲ ਦੇ ਦਿਨਾਂ ਵਿੱਚ ਰਾਜ ਸਰਕਾਰਾਂ ਰਾਜਨੀਤਿਕ ਅਤੇ ਹੋਰ ਕਾਰਨਾਂ ਕਰਕੇ ਮਨਚਾਹੇ ਢੰਗ ਨਾਲ ਰਾਜ ਧਰੋਹ UAPA ਆਦਿ ਦੀਆਂ ਵਿਵਸਥਾਵਾਂ ਦੀ ਵਰਤੋਂ ਕਰ ਰਹੀਆਂ ਹਨ। ਡੰਡੀ ਹੱਦ ਤਾਂ ਇਹ ਹੈ ਕਿ ਸੁਪਰੀਮ ਕੋਰਟ ਤੱਕ ਨੂੰ ਵੀ ਇਹ ਕਹਿਣਾ ਪਿਆ ਕਿ ਸਰਕਾਰ ਅਤੇ ਉਸ ਦੀਆਂ ਨੀਤੀਆਂ ਦੀ ਆਲੋਚਨਾ ਕਰਨਾ ਰਾਜ ਧਰੋਹ ਨਹੀਂ ਹੈ। ਡੰਡੀ ਪਰ ਸਵਾਲ ਇਹ ਹੈ ਕਿ ਬੇਕਸੂਰਾਂ ਨੂੰ ਜੋ ਜੇਲ੍ਹਾਂ ਵਿੱਚ ਸੁੱਟ ਕੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਜਾਂਦੀਆਂ ਹਨ, ਉਹਨਾਂ ਨੂੰ ਸਮਾਜ ਵਿੱਚ ਕਲੰਕਿਤ ਕਰ ਦਿੱਤਾ ਜਾਂਦਾ ਹੈ। ਉਸ ਨੂੰ ਕਿਵੇਂ ਰੋਕਿਆ ਜਾਵੇ? ਪ੍ਰਸ਼ਨ ਚਿੰਨ੍ਹ। ਦਰਅਸਲ ਇਸ ਸਿਲਸਿਲੇ ਵਿੱਚ ਮੁੱਖ 3 ਗੱਲਾਂ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ ਤਾਂ ਸ਼ਾਇਦ ਇਸ ਦੁਖਦਾਈ ਸਥਿਤੀ ਨੂੰ ਰੋਕਿਆ ਜਾ ਸਕੇ। ਡੰਡੀ ਇੱਕ ਅਦਾਲਤੀ ਫੈਸਲੇ ਛੇਤੀ ਆਉਣੇ ਚਾਹੀਦੇ ਹਨ। ਦੂਜਾ ਇਹ ਕਿ ਝੂਠੇ ਮਾਮਲਿਆਂ ਵਿੱਚ ਫਸਾਉਣ ਵਾਲੇ ਵਿਅਕਤੀਆਂ ਨੂੰ ਜਵਾਬਦੇਹ ਠਹਿਰਾਉਂਦਿਆਂ ਉਹਨਾਂ ਵਿਰੁੱਧ ਢੁਕਵੀਂ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ। ਡੰਡੀ ਉਹਨਾਂ ਨੂੰ ਸਿਰਫ ਇਸ ਆਧਾਰ 'ਤੇ ਛੱਡਣਾ ਦਰੁਸਤ ਨਹੀਂ ਹੈ ਕਿ ਉਹ ਆਪਣੀ ਡਿਊਟੀ ਕਰ ਰਹੇ ਸਨ। ਡੰਡੀ ਅੰਤਿਮ ਗੱਲ ਇਹ ਹੈ ਕਿ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ। ਡੰਡੀ ਹਾਲਾਂਕਿ ਅਜਿਹਾ ਕਰਨ ਨਾਲ ਉਹਨਾਂ ਦੇ ਬਰਬਾਦ ਹੋਏ ਸਾਲ ਤਾਂ ਨਹੀਂ ਵਾਪਸ ਆ ਸਕਦੇ, ਪਰ ਘੱਟੋ ਘੱਟ ਉਹਨਾਂ ਨੂੰ ਇਹ ਅਹਿਸਾਸ ਤਾਂ ਹੋਵੇਗਾ ਕਿ ਆਖਰਕਾਰ
ਉਹਨਾਂ ਨੂੰ ਥੋੜ੍ਹਾ ਬਹੁਤ ਇਨਸਾਫ ਤਾਂ ਮਿਲਿਆ। ਡੰਡੀ। ਲੰਬੇ ਸਮੇਂ ਤੋਂ ਅਜੀਤ ਨਾਲ ਜੁੜਿਆ ਹੋਣ ਕਰਕੇ ਇਸ ਸਾਰੇ ਐਡੀਸ਼ਨ ਧਿਆਨ ਨਾਲ ਪੜ੍ਹਦਾ ਹਾਂ। ਡੰਡੀ। ਜਦੋਂ ਵੀ ਸਰਦਾਰ ਮੇਜਰ ਸਿੰਘ ਦੀ ਕਿਸੇ ਵੀ ਵਿਸ਼ੇ 'ਤੇ ਖਬਰ ਪੜ੍ਹਨੀ ਤਾਂ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੰਦੀ ਸੀ। ਡੰਡੀ। ਇਹਨਾਂ ਦੀਆਂ ਖਬਰਾਂ ਬਹੁਤ ਤੱਥ ਭਰਪੂਰ ਹੁੰਦੀਆਂ ਸਨ। ਡੰਡੀ। ਜਦ ਪਤਾ ਲੱਗਾ ਕਿ ਮੇਜਰ ਸਿੰਘ ਇਸ ਫਾਨੀ ਸੰਸਾਰ ਨੂੰ ਛੱਡ ਗਏ ਹਨ ਤਾਂ ਆਤਮਾ ਕੰਬ ਉੱਠੀ ਕਿ ਇਹ ਕੀ ਭਾਣਾ ਵਾਪਰ ਗਿਆ। ਡੰਡੀ। ਪੱਤਰਕਾਰੀ ਤੇ ਖਾਸ ਕਰਕੇ ਅਜੀਤ ਨੂੰ ਬਹੁਤ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕੇਗਾ। ਡੰਡੀ। ਮੇਜਰ ਸਿੰਘ ਦਾ ਪੱਤਰਕਾਰੀ ਵਿੱਚ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਡੰਡੀ। ਪੰਜਾਬ ਵਿਧਾਨ ਸਭਾ ਵਿੱਚ ਐਕਸਾਈਜ਼ ਐਕਟ 1914 ਤੇ ਪੰਜਾਬ ਜੇਲ ਐਕਟ ਵਿੱਚ ਸੋਧ ਕਰ ਕਾਨੂੰਨ ਪਾਸ ਕਰ ਦਿੱਤਾ ਹੈ। ਡੰਡੀ। ਜ਼ਹਿਰੀਲੀ ਸ਼ਰਾਬ ਵੇਚਣ 'ਤੇ ਹੋਵੇਗੀ ਫਾਂਸੀ। ਡੰਡੀ। ਇਸ ਕਾਨੂੰਨ ਦੇ ਪਾਸ ਹੋਣ ਦੇ ਨਾਲ ਨਾਲ ਪਰਦੇ ਪਿੱਛੇ ਵੱਡੇ ਵੱਡੇ ਮਗਰਮੱਛ ਜੋ ਰੈਕਟ ਚਲਾ ਰਹੇ ਹਨ, ਜਿਨ੍ਹਾਂ ਫੈਕਟਰੀਆਂ ਵਿੱਚ ਸ਼ਰਾਬ ਬਣ ਰਹੀ ਹੈ। ਡੰਡੀ। ਇਸ ਦਾ ਪਰਦਾਫਾਸ਼ ਕਰ ਜੋ ਸ਼ਰਾਬ ਵੇਚਦੇ ਜਾਂ ਪੀਂਦੇ ਹਨ ਨੂੰ ਫੜਨ ਦੀ ਬਜਾਏ ਇਹਨਾਂ ਮਗਰਮੱਛਾਂ ਨੂੰ ਫੜ ਕੇ ਇਹਨਾਂ ਦੀ ਜਾਇਦਾਦ ਜ਼ਬਤ ਕਰ ਸਜ਼ਾਵਾਂ ਦਵਾਈਆਂ ਜਾਣ। ਡੰਡੀ। ਚਾਹੇ ਉਹ ਖਾਕੀ ਹੋਵੇ ਜਾਂ ਖਾਦੀ, ਕਿਸੇ ਨੂੰ ਬਖਸ਼ਿਆ ਨਾ ਜਾਵੇ। ਡੰਡੀ। ਲੋੜ ਹੈ ਇਸ ਦੀ ਜੜ ਫੜਨ ਦੀ। ਡੰਡੀ। ਇਸ ਵਾਸਤੇ ਸਾਫ ਸੁਥਰੇ ਅਕਸ ਵਾਲੇ ਬੇਦਾਗ ਇਮਾਨਦਾਰ ਪੁਲਿਸ ਅਫਸਰਾਂ ਦੀ ਜ਼ਰੂਰਤ ਹੈ। ਡੰਡੀ। ਲੋਕਾਂ ਨੂੰ ਵੀ ਸਾਫ ਸੁਥਰੇ ਉਮੀਦਵਾਰਾਂ ਨੂੰ ਜ਼ਰੂਰਤ ਹੈ ਵੋਟਾਂ ਪਾਉਣ ਦੀ। ਡੰਡੀ। ਫਿਰ ਕਾਨੂੰਨ ਬਣਾਉਣ ਦੀ ਵੀ ਜ਼ਰੂਰਤ ਨਹੀਂ, ਆਪਣੇ ਆਪ ਨਸ਼ੇ ਖਤਮ ਹੋ ਜਾਣਗੇ। ਡੰਡੀ। ਇਸ ਵਾਸਤੇ ਸੰਸਦ ਵਿੱਚ ਅਪਰਾਧਕ ਪ੍ਰਵਿਰਤੀ ਵਾਲੇ ਨੇਤਾ 'ਤੇ ਚੋਣ ਪਾਬੰਦੀ ਲਾਉਣ ਲਈ ਕਾਨੂੰਨ ਪਾਸ ਕਰਨ ਦੀ ਲੋੜ ਹੈ। ਡੰਡੀ। ਜਿਸ ਤਰ੍ਹਾਂ ਹੁਣ ਭਾਜਪਾ ਨੂੰ ਪੂਰਨ ਬਹੁਮਤ ਹੈ, ਕਾਨੂੰਨ ਪਾਸ ਕਰਕੇ ਇਹ ਜਸ ਖੱਟ ਲੈਣਾ ਚਾਹੀਦਾ ਹੈ। ਡੰਡੀ।